ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 7ਵਾਂ ਪਾਠ ਚੌਥੀ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਦਾ, ਜਿਹਦਾ ਨਾਂ ਹੈ ਨਾਨੀ ਦੀ ਸਿੱਖਿਆ। ਆਓ ਸ਼ੁਰੂ ਕਰਦੇ ਹਾਂ। ਬੁੱਧੂ ਬੁੱਧਵਾਰ ਵਾਲੇ ਦਿਨ ਜੰਮਿਆ ਸੀ। ਉਸ ਦੀ ਨਾਨੀ ਨੇ ਉਸ ਦਾ ਨਾਂ ਬੁੱਧ ਰਾਮ ਰੱਖਿਆ। ਨਾਨੀ ਦੀ ਇੱਛਾ ਸੀ ਕਿ ਉਸ ਦਾ ਦੋਤਾ ਬੁੱਧੀ ਵਾਲਾ ਹੋਵੇ। ਹੋਇਆ ਇਹ ਕਿ ਬੁੱਧ ਰਾਮ 10 ਵਰਿਆਂ ਦਾ ਹੋ ਕੇ ਵੀ ਪੜ੍ਹਨੇ ਨਹੀਂ ਪਿਆ। ਬੁੱਧ ਰਾਮ ਦੀ ਮਾਂ ਉਸ ਨੂੰ ਸਕੂਲ ਲੈ ਕੇ ਜਾਂਦੀ, ਪਰ ਉਹ ਘਰ ਨੂੰ ਭੱਜ ਆਉਂਦਾ। ਬੁੱਧ ਰਾਮ ਸਾਰਾ ਦਿਨ ਖੇਡਦਾ ਰਹਿੰਦਾ, ਫਿਰ ਖਾ ਪੀ ਕੇ ਸੌ ਜਾਂਦਾ, ਕੰਮ ਵੀ ਕੋਈ ਨਾ ਕਰਦਾ। ਉਸ ਨੂੰ ਨਿਕੰਮਾ ਜਾਣ ਕੇ ਸਾਰਿਆਂ ਨੇ ਉਸ ਨੂੰ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ। ਬੁੱਧੂ ਦਾ ਮਤਲਬ ਸੀ ਸਿੱਧੜ, ਤੇ ਇੱਥੇ ਦੱਸਿਆ ਗਿਆ ਹੈ ਵੀ ਬੁੱਧੂ ਜੋ ਨਾਮ ਸੀ ਉਹ ਕਿਵੇਂ ਪਿਆ। ਉਹਦਾ ਅਸਲ ਨਾਮ ਬੁੱਧ ਰਾਮ ਸੀ। ਦਾਦੀ ਨੇ ਨਾਮ ਰੱਖਿਆ ਸੀ ਕਿਉਂਕਿ ਉਹ ਬੁੱਧਵਾਰ ਨੂੰ ਜੰਮਿਆ ਸੀ, ਪਰ ਉਹਦਾ ਧਿਆਨ ਪੜ੍ਹਾਈ ਵੱਲ ਜਮਾ ਨਹੀਂ ਸੀ, ਨਾ ਹੀ ਉਹ ਕੋਈ ਕੰਮ ਕਰਦਾ ਸੀ। ਬਸ ਖੇਡ ਕੇ ਆ ਕੇ ਖਾਣਾ ਪੀਣਾ ਖਾ ਕੇ ਸੋ ਜਾਂਦਾ ਸੀ। ਬਹੁਤ ਹੀ ਨਿਕੰਮਾ ਜਿਹਾ ਸੀ ਤੇ ਸਾਰਿਆਂ ਨੇ ਉਹਨੂੰ ਨਿਕੰਮਾ ਕਹਿਣਾ ਸ਼ੁਰੂ ਕਰਤਾ ਤੇ ਨਾਲ ਦੀ ਨਾਲ ਉਹਦਾ ਨਾਂ ਬੁੱਧੂ ਵੀ ਪੈ ਗਿਆ, ਜਿਹਦਾ ਮਤਲਬ ਹੁੰਦਾ ਹੈ ਬੁੱਧੂ ਦਾ ਮਤਲਬ ਜਿਹਦੇ ਕੋਲ ਬੁੱਧੀ ਨਾ ਹੋਏ, ਅਕਲ ਨਾ ਹੋਏ, ਸਿਆਣਾ ਨਾ ਹੋਏ ਜੋ ਵਿਅਕਤੀ। ਇੱਕ ਦਿਨ ਉਹ ਆਪਣੇ ਨਾਨਕੇ ਜਾਣ ਦੀ ਜ਼ਿੱਦ ਕਰਨ ਲੱਗਾ। ਮਾਂ ਨੇ ਸੋਚਿਆ ਠੀਕ ਹੈ ਨਾਨਕੇ ਜਾ ਆਵੇ, ਇੱਥੇ ਵੀ ਇਸਨੇ ਵੇਲਿਆ ਹੀ ਘੁੰਮਣਾ ਹੈ। ਤਾਂ ਇੱਕ ਦਿਨ ਉਹ ਜ਼ਿੱਦ ਕਰਨ ਲੱਗਿਆ ਵੀ ਮੈਂ ਨਾਨਕੇ ਜਾਣਾ ਹੈ ਆਪਣੇ। ਤਾਂ ਮਾਂ ਨੇ ਸੋਚਿਆ ਵੀ ਠੀਕ ਹੈ ਕੋਈ ਨਾ, ਜੇ ਨਾਨਕੇ ਜਾ ਆਂਦਾ ਫਿਰ ਕੀ ਹੋ ਗਿਆ, ਇੱਥੇ ਵੀ ਤਾਂ ਇਹਨੇ ਵੇਲੇ ਹੀ ਘੁੰਮਣਾ ਹੈ, ਕੋਈ ਕੰਮ ਥੋੜੀ ਕਿਸੇ ਦੇ ਆਣਾ। ਬੁੱਧੂ ਨੇ ਨਵੇਂ ਕੱਪੜੇ ਪਾਏ ਤੇ ਪੈਰਾਂ ਵਿੱਚ ਨਵੀਂ ਜੁੱਤੀ ਪਾ ਲਈ। ਇਹ ਤੁਰਨ ਵੇਲੇ ਚੀ ਚੀ ਕਰਦੀ। ਬੁੱਧੂ ਨੂੰ ਚਾਅ ਚੜ ਗਿਆ। ਮਾਂ ਮੈਂ ਜਾਵਾਂ? ਉਸਨੇ ਮਾਂ ਤੋਂ ਪੁੱਛਿਆ। ਉੱਡ ਜਾ। ਮਾਂ ਨੇ ਖਹਿੜਾ ਛੁਡਾਉਣ ਲਈ ਕਿਹਾ ਤੇ ਉਹਨੇ ਨਵੇਂ ਕੱਪੜੇ ਪਾਏ, ਨਵੀਂ ਜੁੱਤੀ ਵੀ ਪਾਈ ਜੋ ਚੀ ਚੀ ਕਰ ਰਹੀ ਸੀ। ਤੇ ਬੁੱਧੂ ਨੂੰ ਨਵਾਂ ਹੀ ਚਾਅ ਚੜ ਗਿਆ, ਨਵਾਂ ਹੀ ਉਹਨੂੰ ਜੋਸ਼ ਚੜ ਗਿਆ ਵੀ ਹੁਣ ਮੈਂ ਨਵੇਂ ਕੱਪੜੇ ਨਵੀਂ ਜੁੱਤੀ ਪਾ ਕੇ ਜਾਵਾਂਗਾ। ਤੇ ਉਹਨੇ ਮਾਂ ਨੂੰ ਪੁੱਛਿਆ ਵੀ ਮਾਂ ਮੈਂ ਜਾਵਾਂ? ਤੇ ਮਾਂ ਨੇ ਆਪਣਾ ਖਹਿੜਾ ਛੁਡਾਇਆ, ਆਪਣਾ ਪਿੱਛਾ ਛੁਡਾਉਣ ਪਿੱਛੋਂ ਉਹਨੂੰ ਕਿਹਾ ਵੀ ਹਾਂ ਤੂੰ ਉੱਡ ਜਾ ਇੱਥੋਂ ਚਲਾ ਜਾ। ਬੁੱਧੂ ਤੁਰਦਾ ਗਿਆ, ਨਾਲ ਹੀ ਮਾਂ ਦੇ ਕਹੇ ਸ਼ਬਦ ਉੱਡ ਜਾ ਬੋਲਣ ਲੱਗਿਆ। ਰਾਹ ਵਿੱਚ ਇੱਕ ਬੀੜ ਸੀ। ਬੀੜ ਦਾ ਮਤਲਬ ਹੁੰਦਾ ਹੈ ਜੰਗਲ ਸੀ। ਇੱਕ ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ਜਾਲ ਵਿਛਾਇਆ ਹੋਇਆ ਸੀ। ਇੱਕ ਤਾਂ ਬੁੱਧੂ ਦੀ ਜੁੱਤੀ ਦੀ ਆਵਾਜ਼ ਆ ਰਹੀ ਸੀ, ਦੂਜਾ ਉਹ ਉੱਡ ਜਾ ਕਹਿੰਦਾ ਜਾਂਦਾ ਸੀ। ਜਦੋਂ ਉਹ ਜਾਲ ਦੇ ਨੇੜੇ ਆਇਆ ਤਾਂ ਜਾਲ ਵਿੱਚ ਫਸਣ ਤੋਂ ਪਹਿਲਾਂ ਹੀ ਪੰਛੀ ਉੱਡ ਗਏ। ਸ਼ਿਕਾਰੀ ਨੂੰ ਬੜਾ ਗੁੱਸਾ ਚੜਿਆ। ਉਸਨੇ ਬੁੱਧੂ ਨੂੰ ਖੂਬ ਡਾਂਟਿਆ ਤੇ ਆਖਿਆ, ਮੂਰਖਾ, ਜੇ ਚੁੱਪ ਨਹੀਂ ਰਹਿ ਹੁੰਦਾ ਫਿਰ ਇਹ ਕਹਿੰਦਾ ਜਾਵੀਂ ਆਈ ਜਾਓ ਫਸੀ ਜਾਓ। ਤੇ ਉਹ ਬੁੱਧੂ ਜਿਹੜਾ ਸੀ ਉਹ ਤੁਰਦਾ ਗਿਆ ਤੇ ਨਾਲ ਹੀ ਆਪਣੇ ਮਾਂ ਦੇ ਆਖੇ ਸ਼ਬਦ ਉੱਡ ਜਾ ਉਹਦੇ ਦਿਮਾਗ ਵਿੱਚ ਚੱਲ ਰਹੇ ਸੀ। ਉਹ ਇਹ ਬੋਲਦਾ ਅੱਗੇ ਵਧਦਾ ਗਿਆ। ਰਸਤੇ ਵਿੱਚ ਇੱਕ ਜੰਗਲ ਆਇਆ ਜਿੱਥੇ ਇੱਕ ਸ਼ਿਕਾਰੀ ਨੇ ਸ਼ਿਕਾਰ ਕਰਨ ਦੇ ਲਈ ਜਾਲ ਫਸਾਇਆ ਹੋਇਆ ਸੀ। ਤੇ ਉਹ ਜਿੱਦਾਂ ਅੱਗੇ ਲੰਘ ਰਿਹਾ ਸੀ, ਇੱਕ ਤਾਂ ਉਹਦੀ ਜੁੱਤੀ ਚੂ ਕਰ ਰਹੀ ਸੀ, ਆਵਾਜ਼ ਕਰ ਰਹੀ ਸੀ, ਤੇ ਦੂਜੀ ਗੱਲ ਉਹ ਉੱਡ ਜਾ ਕਹਿੰਦਾ ਜਾ ਰਿਹਾ ਸੀ। ਪੰਛੀ ਜਾਲ ਦੇ ਵਿੱਚ ਨਹੀਂ ਫਸ ਰਹੇ ਸੀ। ਇਹ ਦੇਖ ਕੇ ਸ਼ਿਕਾਰੀ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਹਨੇ ਕਿਹਾ ਵੀ ਮੂਰਖਾ, ਬੇਵਕੂਫਾ, ਵੀ ਤੂੰ ਜੇ ਕੁਝ ਬੋਲਣਾ ਹੀ ਹੈ ਤਾਂ ਘੱਟੋ ਘੱਟ ਆ ਬੋਲ, ਆਈ ਜਾਓ ਫਸੀ ਜਾਓ। ਬੁੱਧੂ ਆਪਣੇ ਰਾਹ ਤੁਰ ਪਿਆ। ਹੁਣ ਉਸ ਦੇ ਮੂੰਹੋਂ ਇਹੋ ਬੋਲ ਨਿਕਲਦੇ, ਆਈ ਜਾਓ ਫਸੀ ਜਾਓ। ਅੱਗੇ ਕੁਝ ਚੋਰ ਛਿਪੇ ਬੈਠੇ ਸਨ। ਉਹ ਚੋਰੀ ਕਰਨ ਦੀ ਸੋਚ ਰਹੇ ਸਨ। ਉਹਨਾਂ ਨੂੰ ਬੁੱਧੂ ਦੇ ਬੋਲ ਬਹੁਤ ਬੁਰੇ ਲੱਗੇ।
ਉਹਨਾਂ ਨੇ ਵੀ ਬੁੱਧੂ ਨੂੰ ਪੂਰਾ ਭਲਾ ਕਿਹਾ। ਫਿਰ ਉਹਨਾਂ ਨੇ ਕਿਹਾ, ਜੇ ਤੂੰ ਬੋਲਣਾ ਹੀ ਸੀ ਤਾਂ ਆਖਦਾ, ਲੈ ਆਈ ਜਾਓ, ਰੱਖੀ ਜਾਓ। ਤੇ ਹੁਣ ਬੁੱਧੂ ਜੋ ਸ਼ਿਕਾਰੀ ਨੇ ਉਹਨੂੰ ਕਿਹਾ ਸੀ ਉਹ ਬੋਲਦਾ ਅੱਗੇ ਵਧਿਆ। ਉਹ ਸੀ, ਆਈ ਜਾਓ, ਫਸੀ ਜਾਓ। ਉਹਨੇ ਜਦ ਕੁਝ ਰਸਤਾ ਤੈਅ ਕਰ ਲਿਆ, ਅੱਗੇ ਚੋਰ ਛਿਪੇ ਬੈਠੇ ਸਨ। ਹੁਣ ਚੋਰਾਂ ਨੇ ਜਦ ਉਹਦੀ ਗੱਲ ਸੁਣੀ, ਆਈ ਜਾਓ, ਫਸੀ ਜਾਓ, ਤਾਂ ਚੋਰਾਂ ਨੂੰ ਬੜਾ ਗੁੱਸਾ ਆਇਆ। ਉਹਨਾਂ ਨੇ ਵੀ ਉਹਨੂੰ ਪੂਰਾ ਭਲਾ ਕਿਹਾ ਤੇ ਉਹ ਕਹਿੰਦੇ ਵੀ ਆ ਕੀ ਬੋਲੀ ਜਾਂਦਾ, ਆਈ ਜਾਓ, ਫਸੀ ਜਾਓ, ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਅਸੀਂ ਚੋਰ ਹੈਗੇ। ਜੇ ਤੇਰੇ ਤੋਂ ਚੁੱਪ ਨਹੀਂ ਰਿਹਾ ਜਾਂਦਾ ਤਾਂ ਘੱਟੋ ਘੱਟ ਠੀਕ ਆਖਣ ਤਾਂ ਬੋਲ। ਤੂੰ ਹੁਣ ਬੋਲ, ਲਿਆਈ ਜਾਓ, ਰੱਖੀ ਜਾਓ। ਚੋਰਾਂ ਦਾ ਸਮਝਾਇਆ ਉਹ ਅੱਗੇ ਤੁਰ ਪਿਆ। ਉਹ ਕਿਸੇ ਪਿੰਡ ਦੀਆਂ ਮੜੀਆਂ ਕੋਲੋਂ ਲੰਘਿਆ। ਮੜੀਆਂ ਹੁੰਦਾ ਹੈ ਬੱਚਿਓ ਸ਼ਮਸ਼ਾਨ ਘਾਟ। ਉਸ ਪਿੰਡ ਦੇ ਲੋਕ ਇੱਕ ਨੌਜਵਾਨ ਦੀ ਅਰਥੀ ਚੁੱਕੀ ਮੜੀਆਂ ਵੱਲ ਜਾ ਰਹੇ ਸਨ। ਉਹਨਾਂ ਨੇ ਬੁੱਧੂ ਦੇ ਬੋਲ, ਲਿਆਈ ਜਾਓ, ਰੱਖੀ ਜਾਓ ਸੁਣੇ ਤਾਂ ਪਿੰਡ ਦੇ ਲੋਕ ਗੁੱਸੇ ਨਾਲ ਭਰ ਗਏ। ਇੱਕ ਬਜ਼ੁਰਗ ਨੇ ਖਿੱਝ ਕੇ ਕਿਹਾ, ਤੈਨੂੰ ਚੰਗਾ ਬੋਲਣਾ ਨਹੀਂ ਸਿਖਾਇਆ ਕਿਸੇ ਨੇ? ਇੱਥੇ ਤਾਂ ਹਰ ਕੋਈ ਕਹਿ ਰਿਹਾ ਹੈ ਇਹੋ ਜਿਹੀ ਕਿਸੇ ਨਾਲ ਨਾ ਹੋਵੇ। ਤਾਂ ਹੁਣ ਜੋ ਚੋਰਾਂ ਨੇ ਉਹਨੂੰ ਸਿਖਾਇਆ ਸੀ ਵੀ ਬੋਲੀ ਜਾ, ਲਿਆਈ ਜਾਓ, ਰੱਖੀ ਜਾਓ, ਉਹ ਬੋਲਦਾ ਬੋਲਦਾ ਅੱਗੇ ਤੁਰ ਪਿਆ ਤੇ ਉਹ ਕਿਸੇ ਪਿੰਡ ਦੀਆਂ ਮੜੀਆਂ ਕੋਲੋਂ ਲੰਘ ਰਿਹਾ ਸੀ। ਮੜੀਆਂ ਮੈਂ ਦੱਸਿਆ ਸ਼ਮਸ਼ਾਨ ਘਾਟ। ਤੇ ਉੱਥੇ ਇਹ ਪਿੰਡ ਦੇ ਇੱਕ ਨੌਜਵਾਨ ਦੀ ਅਰਥੀ ਚੁੱਕ ਕੇ ਲੈ ਕੇ ਜਾ ਰਹੇ ਸੀ ਪਿੰਡ ਦੇ ਲੋਕ। ਉਹਨਾਂ ਨੇ ਇਹ ਗੱਲ ਸੁਣ ਲਈ ਤੇ ਇੱਕ ਬਜ਼ੁਰਗ ਨੂੰ ਬਹੁਤ ਗੁੱਸਾ ਆਇਆ ਤਾਂ ਗੁੱਸਾ ਸਾਰਿਆਂ ਨੂੰ ਸੀ, ਪਰ ਜੋ ਬਜ਼ੁਰਗ ਨੇ ਹਿੰਮਤ ਕੀਤੀ ਤੇ ਉਹ ਖਿੱਚ ਕੇ ਉਹਨੂੰ ਬੋਲੇ ਵੀ ਤੈਨੂੰ ਕਿਸੇ ਨੇ ਵਧੀਆ ਬੋਲਣਾ ਨਹੀਂ ਸਿਖਾਇਆ, ਆ ਕੀ ਬੋਲੀ ਜਾਂਦਾ ਹੈ? ਇੱਥੇ ਤਾਂ ਸਗੋਂ ਸਾਰੇ ਕਹਿ ਰਹੇ ਨੇ ਇਹੋ ਜਿਹਾ ਕਿਸੇ ਨਾਲ ਨਾ ਹੋਵੇ। ਅੱਗੇ ਤੁਰਦਿਆਂ ਬੁੱਧੂ ਮੁੜ ਆਖੇ, ਇਹੋ ਜਿਹੀ ਕਿਸੇ ਨਾਲ ਨਾ ਹੋਵੇ। ਹੁਣ ਬੁੱਧੂ ਅੱਗੇ ਤੁਰਿਆ ਤੇ ਉਹ ਇਹ ਬੋਲਣ ਲੱਗ ਪਿਆ ਜੋ ਬਜ਼ੁਰਗ ਨੇ ਸਿਖਾਏ ਸੀ, ਇਹੋ ਜਿਹੀ ਕਿਸੇ ਨਾਲ ਨਾ ਹੋਵੇ। ਅਗਲੇ ਪਿੰਡ ਵਿੱਚ ਇੱਕ ਕੁੜੀ ਦਾ ਵਿਆਹ ਸੀ। ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਖੁਸ਼ ਸਨ। ਉਹਨਾਂ ਦੇ ਕੋਲੋਂ ਲੰਘਦਿਆਂ ਬੁੱਧੂ ਬੋਲਿਆ, ਇਹੋ ਜਿਹੀ ਕਿਸੇ ਨਾਲ ਨਾ ਹੋਵੇ। ਸੁਣਨ ਵਾਲਿਆਂ ਨੂੰ ਬੁੱਧੂ ਬੜਾ ਮੂਰਖ ਲੱਗਿਆ। ਫਿਰ ਇੱਕ ਨੇ ਸਮਝਾਇਆ, ਇਹ ਆਖੀਦਾ ਹੈ ਕਿ ਅਜਿਹੀ ਹਰੇਕ ਦੇ ਘਰ ਹੋਵੇ। ਤੇ ਹੁਣ ਅਗਲੇ ਪਿੰਡ ਜਦ ਉਹ ਗਿਆ, ਉੱਥੇ ਵਿਆਹ ਹੋ ਰਿਹਾ ਸੀ ਕੁੜੀ ਦਾ ਤੇ ਸਾਰੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਬਹੁਤ ਖੁਸ਼ ਸਨ, ਖੁਸ਼ੀ ਮਨਾ ਰਹੇ ਸਨ। ਤੇ ਜਦ ਬੁੱਧੂ ਉਹਨਾਂ ਕੋਲੋਂ ਲੰਘਿਆ ਤਾਂ ਉਹ ਬੋਲ ਰਿਹਾ ਸੀ, ਇਹੋ ਜਿਹੀ ਕਿਸੇ ਨਾਲ ਨਾ ਹੋਵੇ। ਸੁਣਨ ਵਾਲਿਆਂ ਨੂੰ ਲੱਗਿਆ ਵੀ ਇਹ ਤਾਂ ਪੱਕਾ ਬਹੁਤ ਹੀ ਮੂਰਖ ਇਨਸਾਨ ਹੈ, ਬਿਲਕੁਲ ਸਮਝ ਨਹੀਂ ਹੈ ਇਹਦੇ ਵਿੱਚ। ਫਿਰ ਇੱਕ ਨੇ ਉਹਨੂੰ ਸਮਝਾਇਆ ਵੀ ਪੁੱਤ ਇਹ ਨਹੀਂ ਕਹੀਦਾ, ਸਗੋਂ ਆ ਕਹੀਦਾ, ਇਹ ਆਖੀਦਾ ਵੀ ਅਜਿਹੀ ਹਰੇਕ ਦੇ ਘਰ ਹੋਵੇ, ਖੁਸ਼ੀ ਦਾ ਮੌਕਾ ਹਰੇਕ ਦੇ ਘਰ ਆਵੇ। ਅੱਗੇ ਸਿੱਧੜ ਬੁੱਧੂ, ਸਿੱਧੜ ਦਾ ਮਤਲਬ ਬੇਵਕੂਫ, ਅੱਗੇ ਤੁਰਦਾ ਇਹੋ ਬੋਲਦਾ ਗਿਆ। ਥੋੜੀ ਦੂਰ ਅੱਗੇ ਕਿਸੇ ਕਿਸਾਨ ਦੀ ਪੱਕੀ ਕਣਕ ਨੂੰ ਅੱਗ ਲੱਗੀ ਹੋਈ ਸੀ। ਲੋਕੀ ਅੱਗ ਬੁਝਾ ਰਹੇ ਸਨ। ਉਹ ਅੱਗ ਉੱਪਰ ਪਾਣੀ ਪਾ ਰਹੇ ਸਨ। ਬੁੱਧੂ ਦੇ ਬੋਲ ਸੁਣ ਕੇ ਦੁਖੀ ਹੋਏ ਕਿਸਾਨ ਨੇ ਉਸ ਦੇ ਚੰਗੇ ਕੰਨ ਪੁੱਟੇ। ਹਾਏ ਰੱਬਾ, ਮੈਂ ਹੁਣ ਕੀ ਕਰਾਂ? ਉਸਨੇ ਕੂਕ ਮਾਰੀ। ਜੋ ਉਹਨੂੰ ਸਿਖਾਇਆ ਗਿਆ ਸੀ ਵੀ ਅਜਿਹਾ ਹਰੇਕ ਨਾਲ ਹੋਵੇ, ਉਹ ਬੋਲਦਾ ਬੋਲਦਾ ਅੱਗੇ ਤੁਰ ਗਿਆ। ਥੋੜੀ ਦੂਰ ਜਾ ਕੇ ਉਹਨੇ ਦੇਖਿਆ ਵੀ ਕਿਸਾਨ ਜਿਹੜੇ ਸੀਗੇ ਉਹ ਬਹੁਤ ਦੁਖੀ ਸਨ। ਕਿਸਾਨ ਜਿਹਦੇ ਫਸਲ ਨੂੰ ਅੱਗ ਲੱਗ ਗਈ ਸੀ ਤੇ ਬਾਕੀ ਲੋਕ ਉਹਦੀ ਮਦਦ ਕਰ ਰਹੇ ਸੀ, ਅੱਗ ਬੁਝਾਉਣ ਦੇ ਵਿੱਚ ਪਾਣੀ ਸਿੱਟ ਰਹੇ ਸਨ। ਤੇ ਉਹ ਬਾਰ-ਬਾਰ ਬੋਲੀ ਜਾ ਰਿਹਾ ਸੀ। ਉਹਦੇ ਬੋਲ ਸੁਣ ਕੇ ਕਿਸਾਨ ਨੇ ਚੰਗੇ ਉਹਦੇ ਕੰਨ ਪੁੱਟੇ, ਉਹਨੂੰ ਖਾਸੀ ਡਾਂਟ ਲਾਈ, ਬੁਰੀ ਤਰੀਕੇ ਦੇ ਨਾਲ ਝਿੜਕਿਆ। ਤੇ ਉਹ ਜੋੜ ਕੇ ਫਿਰ ਬੋਲਣ ਲੱਗ ਪਿਆ ਵੀ ਹਾਏ ਰੱਬਾ, ਹੁਣ ਮੈਂ ਕੀ ਕਰਾਂ? ਤੂੰ ਚੁੱਪ ਕਰਕੇ ਤੁਰਦਾ ਹੋ। ਐਨਾ ਆਖਦਿਆਂ ਕਿਸਾਨ ਪਾਣੀ ਦੀ ਬਾਲਟੀ ਭਰਨ ਲਈ ਨੱਠ ਗਿਆ ਤੇ ਕਿਸਾਨ ਨੇ ਕਿਹਾ ਵੀ ਹੁਣ ਤੂੰ ਇੱਧਰ ਤੁਰਦਾ ਬਣ, ਹੋਰ ਨਾ ਮੇਰੇ ਤੋਂ ਕੁਝ ਸੁਣ ਲਈ। ਤੇ ਉਹ ਨੱਠਦਾ ਆਪਣੀ ਪਾਣੀ ਦੀ ਬਾਲਟੀ ਭਰਨ ਲਈ ਗਿਆ। ਬੁੱਧੂ
ਆਪਣੇ ਨਾਨਕੇ ਪਹੁੰਚਿਆ। ਰਾਤ ਨੂੰ ਉਸਨੇ ਆਪਣੀ ਨਾਨੀ ਨੂੰ ਆਪ ਬੀਤੀ ਸੁਣਾਈ। ਤਦ ਨਾਨੀ ਨੇ ਸਮਝਾਇਆ, ਜੇਕਰ ਤੂੰ ਅਨਪੜ੍ਹ ਰਿਹਾ ਤਾਂ ਹੀ ਬੁੱਧੂ ਬਣਿਆ ਨਾ। ਪੜ੍ਹਾਈ ਕਰਕੇ ਤੂੰ ਹੁਸ਼ਿਆਰ ਅਤੇ ਅਕਲਮੰਦ ਹੋ ਜਾਣਾ ਸੀ। ਫਿਰ ਤੂੰ ਬਿਨਾਂ ਮਤਲਬ ਨਹੀਂ ਸੀ ਬੋਲਣਾ। ਪੜ੍ਹੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ। ਜੇ ਬੋਲਣ ਦੀ ਲੋੜ ਹੋਵੇ ਤਾਂ ਸੋਚ ਸਮਝ ਕੇ ਹੀ ਬੋਲਦੇ ਹਨ। ਤੇ ਜਦੋਂ ਨਾਨੀ ਘਰ ਪਹੁੰਚਿਆ ਤੇ ਉਹਨੇ ਨਾਨੀ ਨੂੰ ਆਪ ਬੀਤੀ ਸੁਣਾਈ ਜੋ ਉਹਦੇ ਨਾਲ ਹੋਇਆ ਸੀ। ਆਪ ਬੀਤੀ ਦਾ ਮਤਲਬ ਹੁੰਦਾ ਹੈ ਜਿਹੜੀ ਗੱਲ ਆਪਣੇ ਨਾਲ ਬੀਤੀ ਹੋਵੇ। ਉਹ ਗੱਲ ਉਹਨੇ ਨਾਨੀ ਨੂੰ ਸੁਣਾਈ ਤੇ ਤਦ ਨਾਨੀ ਨੇ ਉਹਨੂੰ ਸਮਝਾਇਆ ਵੀ ਜੇਕਰ ਤੂੰ ਅਨਪੜ੍ਹ, ਜੋ ਪੜ੍ਹਿਆ ਲਿਖਿਆ ਨਾ ਹੋਵੇ, ਜੇ ਤੂੰ ਅਨਪੜ੍ਹ ਨਾ ਹੁੰਦਾ ਤਾਂ ਫਿਰ ਇਹ ਤੇਰੇ ਨਾਲ ਨਹੀਂ ਹੋਣੀ ਸੀ। ਜੋ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੇ ਉਹ ਬਹੁਤ ਘੱਟ ਬੋਲਦੇ ਨੇ। ਤੂੰ ਤਾਂ ਬਿਨਾਂ ਕੁਝ ਸੋਚੇ ਸਮਝੇ ਬੋਲੀ ਜਾ ਰਿਹਾ ਸੀ ਜੋ ਲੋਕਾਂ ਨੇ ਤੈਨੂੰ ਬੋਲਣ ਨੂੰ ਕਿਹਾ ਸੀ। ਜੋ ਪੜ੍ਹੇ ਲਿਖੇ ਹੁੰਦੇ ਨੇ ਉਹ ਫਜ਼ੂਲ ਨਹੀਂ ਬੋਲਦੇ। ਜਦ ਬੋਲਣ ਦੀ ਲੋੜ ਹੁੰਦੀ ਹੈ ਸਿਰਫ ਤਦੀ ਜਵਾਬ ਦਿੰਦੇ ਨੇ, ਉਹ ਵੀ ਸੋਚ ਸਮਝ ਕੇ ਬੋਲਦੇ ਨੇ। ਬੁੱਧੂ ਨੂੰ ਨਾਨੀ ਦੀ ਕਹੀ ਗੱਲ ਸਮਝ ਆ ਗਈ। ਉਹ ਅਗਲੇ ਦਿਨ ਘਰ ਪਰਤ ਆਇਆ। ਉਹ ਅਗਲੇ ਦਿਨ ਹੀ ਘਰ ਵਾਪਸ ਆ ਗਿਆ ਤੇ ਉਹਨੂੰ ਨਾਨੀ ਦੀ ਗੱਲ ਸਮਝ ਵੀ ਆ ਗਈ ਸੀ। ਫਿਰ ਮਾਂ ਨੂੰ ਕਹਿਣ ਲੱਗਿਆ, ਕੱਲ ਤੋਂ ਮੈਂ ਪੜਨ ਲਈ ਸਕੂਲ ਜਾਵਾਂਗਾ। ਮੈਂ ਸਦਕੇ ਜਾਵਾਂ ਮੇਰਾ ਬੁੱਧ ਰਾਮ, ਕਹਿ ਕੇ ਮਾਂ ਨੇ ਉਸਨੂੰ ਬੁੱਕਲ ਵਿੱਚ ਲੈ ਲਿਆ। ਬੁੱਕਲ ਵਿੱਚ ਲੈਣਾ ਮਤਲਬ ਆਪਣੀ ਝੋਲੀ ਵਿੱਚ ਲੈ ਕੇ ਪਿਆਰ ਕਰਨਾ ਜਾਂ ਆਪਣੇ ਕੋਲ ਬੁਲਾ ਕੇ ਪਿਆਰ ਕਰਨਾ। ਬੁੱਧੂ ਨੇ ਜਦ ਘਰ ਜਾ ਕੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਵੀ ਹੁਣ ਮੈਂ ਪੜਨ ਜਾਵਾਂਗਾ, ਮਾਂ ਨੂੰ ਬਹੁਤ ਖੁਸ਼ੀ ਹੋਈ ਤੇ ਉਹਨੇ ਉਹਨੂੰ ਆਪਣੇ ਗੱਲ ਲਾ ਲਿਆ ਤੇ ਉਹਨੂੰ ਕਿਹਾ ਵੀ ਮੇਰਾ ਬੁੱਧ ਰਾਮ। आओ पाठ अभ्यास करिए। शब्द अर्थ, चाह चढ़ना, बहुत खुश होना, खेड़ा छुड़ाना, मगरो लौड़ा, कन पुटना, मत देनी, सजा देनी, सदके जाना, कुर्बान जाना, बुकल विच लेना, आसरा देना, प्यार करना। दूजा प्रश्न है, ठीक शब्द चुन के खाली थावां भरो। इत्थे शब्द दिते हुए ने बच्चों, चोर, फसल, लड़की, नौजवान ते जाल। आओ हुण आपां पढ़ लईए इन्हां शब्दां नूं। इत्थे ਊੜਾ ਹੈਗਾ। शिकारी ने शिकार ਨੂੰ ਫੜਨ ਲਈ ਡੈਸ਼ ਵਿਛਾਇਆ ਹੋਇਆ ਸੀ। ਉਹਨੇ ਜਾਲ ਵਿਛਾਇਆ ਹੋਇਆ ਸੀ। ਐੜਾ, ਕੁਝ ਡੈਸ਼ ਚੋਰੀ ਕਰਨ ਦੀ ਸੋਚ ਰਹੇ ਸਨ। ਕੁਝ ਚੋਰ। ਈੜੀ, ਪਿੰਡ ਦੇ ਲੋਕ ਇੱਕ ਡੈਸ਼ ਦੀ ਅਰਥੀ ਚੁੱਕੀ ਮੜੀਆਂ ਵੱਲ ਜਾ ਰਹੇ ਸਨ। ਨੌਜਵਾਨ ਸੱਸਾ, ਅਗਲੇ ਪਿੰਡ ਵਿੱਚ ਇੱਕ ਡੈਸ਼ ਦਾ ਵਿਆਹ ਸੀ। ਇੱਕ ਲੜਕੀ ਦਾ ਵਿਆਹ ਸੀ। ਹਾਹਾ, ਕਿਸਾਨ ਦੀ ਪੱਕੀ ਡੈਸ਼ ਨੂੰ ਅੱਗ ਲੱਗੀ ਹੋਈ ਸੀ। ਫਸਲ ਨੂੰ। ਤੀਜਾ ਪ੍ਰਸ਼ਨ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਊੜਾ, ਬੁੱਧ ਰਾਮ ਦਾ ਇਹ ਨਾਂ ਕਿਸ ਨੇ ਅਤੇ ਕਿਉਂ ਰੱਖਿਆ ਸੀ? ਬੁੱਧ ਰਾਮ ਦਾ ਇਹ ਨਾਂ ਉਸਦੀ ਨਾਨੀ ਨੇ ਰੱਖਿਆ ਸੀ ਕਿਉਂਕਿ ਉਸਦੀ ਇੱਛਾ ਸੀ ਕਿ ਉਸਦਾ ਦੋਤਾ ਬੁੱਧੀ ਵਾਲਾ ਹੋਵੇ ਅਤੇ ਉਹ ਬੁੱਧਵਾਰ ਵਾਲੇ ਦਿਨ ਜੰਮਿਆ ਸੀ।
ਹੈੜਾ ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਕੌਣ ਮਿਲਿਆ? ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਸ਼ਿਕਾਰੀ, ਚੋਰ, ਨੌਜਵਾਨ ਦੀ ਅਰਥੀ, ਵਿਆਹ ਵਾਲਾ ਘਰ ਤੇ ਕਿਸਾਨ ਮਿਲੇ। ਜਾਂ ਆਪਾਂ ਲਿਖ ਸਕਦੇ ਹਾਂ ਕਣਕ ਨੂੰ ਲੱਗੀ ਅੱਗ ਨੂੰ ਬੁਝਾ ਰਹੇ ਲੋਕ ਤੇ ਕਿਸਾਨ ਮਿਲੇ। ਦੋਵੇਂ ਠੀਕ ਨੇ। ਈੜੀ ਨਾਨਕੇ ਪਹੁੰਚ ਕੇ ਬੁੱਧੂ ਨੇ ਕੀ ਕੀਤਾ? ਨਾਨਕੇ ਪਹੁੰਚ ਕੇ ਬੁੱਧੂ ਨੇ ਆਪਣੀ ਨਾਨੀ ਨੂੰ ਰਸਤੇ ਵਿੱਚ ਵਾਪਰੀ ਸਾਰੀ ਹੱਡ ਬੀਤੀ ਸੁਣਾਈ ਜਾਂ ਆਪ ਬੀਤੀ ਸੁਣਾਈ। ਜਾਂ ਤਾਂ ਤੁਸੀਂ ਹੱਡ ਬੀਤੀ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਆਪ ਬੀਤੀ ਲਿਖ ਸਕਦੇ ਹੋ। ਸੱਸਾ ਨਾਨੀ ਨੇ ਬੁੱਧੂ ਨੂੰ ਕੀ ਸਮਝਾਇਆ? ਨਾਨੀ ਨੇ ਸਮਝਾਇਆ ਜੇਕਰ ਤੂੰ ਅਨਪੜ੍ਹ ਰਿਹਾ ਤਾਂ ਹੀ ਬੁੱਧੂ ਬਣਿਆ। ਪੜ੍ਹਾਈ ਕਰਕੇ ਤੂੰ ਅਕਲਮੰਦ ਹੋ ਜਾਣਾ ਸੀ। ਪੜ੍ਹੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ। ਜੇਕਰ ਬੋਲਣ ਦੀ ਲੋੜ ਪਵੇ ਤਾਂ ਹੀ ਉਹ ਸੋਚ ਸਮਝ ਕੇ ਬੋਲਦੇ ਹਨ। अक्लमंद या फिर होशियार। ਇਸ ਦੇ ਨਾਲ ਹੀ ਉਸ ਨੂੰ ਬਿਨਾ ਮਤਲਬ ਨਹੀਂ ਸੀ
बोलना चाहिदा। इत्थे लिख दिन्नी आ बाकी दा। हाँ हाँ, अपने घर परत के बुद्धू ने मां नू की कहा। अपने घर परत के बुद्धू ने अपनी मां नू कहा कि ਉਹ ਸਕੂਲ ਜਾਵੇਗਾ ਕੱਲ ਤੋਂ, ਜਾਂ ਆਪਾਂ ਲਿਖ ਸਕਦੇ ਹਾਂ ਕਿ ਉਹ ਕੱਲ ਤੋਂ ਪੜਨ ਸਕੂਲ ਜਾਇਆ ਕਰੇਗਾ। चौथा प्रश्न, हेठ लिखे शब्दां नू वाकां विच वरतो। ऊड़ा निकम्मा, निकम्मा हुंदा है कोई काम ना करन वाला। आपां लिख सकते हैं आलसी आदमी निकम्मा हुंदा है। एड़ा शिकारी, शिकार करन वाला। ਆਪਾਂ ਲਿਖ ਸਕਦੇ ਹਾਂ ਜੰਗਲ ਵਿੱਚ ਸ਼ਿਕਾਰੀ ਸ਼ਿਕਾਰ ਖੇਡ ਰਿਹਾ ਸੀ, ਜਾਂ ਸ਼ਿਕਾਰੀ ਨੇ ਕਬੂਤਰਾਂ ਨੂੰ ਫੜਨ ਲਈ ਜਾਲ ਵਿਛਾਇਆ। ਕੋਈ ਵੀ ਤੁਸੀਂ ਲਿਖ ਸਕਦੇ ਹੋ। ਈੜੀ ਆਪ ਬੀਤੀ, ਆਪਣੇ ਨਾਲ ਬੀਤੀ ਗੱਲ। ਬੁੱਧੂ ਨੇ ਆਪਣੀ ਨਾਨੀ ਨੂੰ ਆਪ ਬੀਤੀ ਸੁਣਾਈ। ਸੱਸਾ ਹੈ ਹੁਸ਼ਿਆਰ, ਜਿਹਦਾ ਮਤਲਬ ਹੁੰਦਾ ਹੈ ਤੇਜ਼ ਦਿਮਾਗ ਵਾਲਾ ਜਾਂ चुस्त। मेरा दोस्त बहुत होशियार है। हाहा फजूल, ਜਿਹਦਾ ਮਤਲਬ ਹੁੰਦਾ ਹੈ ਵਿਅਰਥ। ਫਜ਼ੂਲ ਗੱਲਾਂ ਕਰਕੇ ਸਮਾਂ ਬਰਬਾਦ ਨਾ ਕਰੋ, ਜਾਂ ਫਿਰ ਸਾਨੂੰ ਫਜ਼ੂਲ ਨਹੀਂ ਬੋਲਣਾ ਚਾਹੀਦਾ। ਅੱਗੇ ਚੱਲਦੇ ਹਾਂ। ਪੰਜਵਾਂ ਪ੍ਰਸ਼ਨ, ਇਸ ਪਾਠ ਵਿੱਚ ਹੇਠ ਲਿਖੇ ਸ਼ਬਦ ਆਏ ਹਨ, ਇਹਨਾਂ ਨੂੰ ਸਮਝੋ। ਪਹਿਲਾ ਹੈਗਾ ਨਾਨਕੇ। ਮਾਂ ਦੇ ਪੇਕੇ ਘਰ ਨੂੰ ਨਾਨਕੇ ਕਹਿੰਦੇ ਹਨ।
ਤੋਤਾ, ਧੀ ਦੇ ਪੁੱਤਰ ਨੂੰ ਦੋਤਾ ਕਹਿੰਦੇ ਹਨ। ਭੀੜ, ਜੰਗਲ, ਮੜੀਆਂ ਦਾ ਸੰਸਕਾਰ ਕਰਨ ਲਈ ਬਣਾਈ ਥਾਂ। 6ਵਾਂ ਪ੍ਰਸ਼ਨ ਹੈ, ਬੁੱਧੂ ਦੇ ਸਫ਼ਰ ਦੌਰਾਨ ਉਸਨੂੰ ਕੌਣ-ਕੌਣ ਮਿਲਿਆ? ਹੇਠ ਦਿੱਤੇ ਗੋਲ ਚੱਕਰਾਂ ਵਿੱਚ ਲਿਖੋ। ਬੁੱਧੂ ਦਾ ਸਫ਼ਰ, ਉਹਨਾਂ ਨੂੰ ਕੌਣ-ਕੌਣ ਮਿਲਿਆ ਸੀ? ਇੱਕ ਤਾਂ ਮਿਲਿਆ ਸੀ ਸ਼ਿਕਾਰੀ, ਚੋਰ, ਅਰਥੀ ਚੁੱਕੀ ਜਾਂਦੇ ਪਿੰਡ ਦੇ ਲੋਕ, ਇਹ ਆਪਾਂ ਲਿਖ ਸਕਦੇ ਹਾਂ ਨੌਜਵਾਨ ਦੀ ਅਰਥੀ ਚੁੱਕੀ ਜਾਂਦੇ ਪਿੰਡ ਦੇ ਲੋਕ, ਇਹ ਮਿਲੇ ਸਨ। ਉਸ ਤੋਂ ਬਾਅਦ ਵਿਆਹ ਵਾਲੇ ਘਰ ਦੇ ਰਿਸ਼ਤੇਦਾਰ, ਤੇ ਨਾਲ ਦੀ ਨਾਲ ਕਣਕ ਨੂੰ ਲੱਗੀ ਅੱਗ ਬੁਝਾ ਰਹੇ ਲੋਕ ਤੇ ਕਿਸਾਨ। ਤੇ ਅਖੀਰ ਵਿੱਚ ਉਹਨੂੰ ਮਿਲੇ ਸੀ ਨਾਨਕਾ ਪਰਿਵਾਰ। ਤੇ ਅੱਗੇ ਦਿੱਤਾ ਹੋਇਆ ਬੱਚਿਓ, ਛੁੱਟੀਆਂ ਵਿੱਚ ਜਦੋਂ ਤੁਸੀਂ ਨਾਨਕੇ ਜਾਂ ਰਿਸ਼ਤੇਦਾਰੀ ਵਿੱਚ ਗਏ ਸੀ ਤਾਂ ਤੁਸੀਂ ਰਸਤੇ ਵਿੱਚ ਜਾਂ ਉੱਥੇ ਰਹਿੰਦੇ ਹੋਇਆਂ ਕੀ ਕੁਝ ਦੇਖਿਆ ਅਤੇ ਕੀਤਾ? ਪਹਿਲੀ ਗੱਲ, ਗਰਮੀਆਂ ਦੌਰਾਨ ਲੰਬੀ ਛੁੱਟੀ ਮਿਲਣ ਕਾਰਨ ਮੈਂ ਖੁਸ਼ ਸੀ। ਦੂਜੀ ਗੱਲ, ਮੈਂ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਦਾਦਾ ਦਾਦੀ ਦੇ ਘਰ ਜਾਂਦਾ ਹਾਂ। ਤੀਜਾ, ਅਸੀਂ ਰੇਲ ਗੱਡੀ ਰਾਹੀਂ ਮੁੰਬਈ ਜਾਂਦੇ ਹਾਂ ਤੇ ਇੱਕ ਲੰਬੀ ਯਾਤਰਾ ਹੈ ਇਹ। ਚੌਥੀ ਗੱਲ, ਹਰ ਰੋਜ਼ ਸਵੇਰੇ ਮੈਂ ਆਪਣੇ ਦਾਦਾ ਜੀ ਨਾਲ ਸੈਰ ਕਰਨ ਜਾਂਦਾ ਹਾਂ।
इस समय दौरान मैं हर साल डांस क्लास भी ज्वाइन करता हाँ या उस विच भी शामिल हुंदा हाँ। ਛੇਵੀਂ ਗੱਲ, ਮੇਰੀ ਦਾਦੀ ਇੱਕ ਅਧਿਆਪਿਕਾ ਹੈ ਅਤੇ ਉਹ ਮੈਨੂੰ ਗਣਿਤ ਸਿਖਾਉਂਦੀ ਹੈ। ਸੱਤਵਾਂ, ਉਹ ਸਾਡੇ ਲਈ ਖਾਸ ਭੋਜਨ ਵੀ ਬਣਾਉਂਦੀ ਹੈ ਤੇ ਉਹ ਹਮੇਸ਼ਾ ਮੈਨੂੰ ਸਿਖਾਉਂਦੀ ਹੈ ਕਿ ਗਰਮੀ ਦੇ ਮੌਸਮ ਵਿੱਚ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ। ਅੱਠਵਾਂ, ਹਰ ਐਤਵਾਰ ਅਸੀਂ ਜੂਹੂ ਬੀਚ ਤੇ ਜਾਂਦੇ ਹਾਂ ਤੇ ਰੇਤ ਵਿੱਚ ਖੇਡਦੇ ਹਾਂ। ਤੇ ਨਾਲ ਹੀ ਆਪਾਂ ਲਿਖ ਸਕਦੇ ਹਾਂ ਵੀ ਮੈਂ ਗੇਟਵੇ ਆਫ ਇੰਡੀਆ ਤੇ ਗਈ ਹਾਂ, ਮਰੀਨ ਡਰਾਈਵ ਦੇਖਿਆ, ਤਾਜ ਮਹਿਲ ਪੈਲੇਸ ਦੇਖਿਆ, ਕਨੇਰੀ ਗੁਫਾਵਾਂ ਤੇ ਸੂਰਜ ਨੂੰ ਡੁੱਬਦੇ ਹੋਏ ਵੀ ਵੇਖਿਆ ਹੈ। ਤੇ ਇਹ ਸੀ ਬੱਚਿਓ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਏਗੀ ਤੇ ਮਜ਼ਾ ਵੀ ਆਇਆ ਹੋਏਗਾ। ਹੁਣ ਆਪਾਂ ਅਗਲੀ ਕਲਾਸ ਮਿਲਾਂਗੇ, ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।